ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਖਬਰਨਾਮਾ ਲੈ ਕੇ। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ। ਸੋ ਪਹਿਲੀ ਅਪਡੇਟ ਆਪਾਂ ਸਾਂਝੀ ਕਰਾਂਗੇ ਅਮਰੀਕਾ ਦੀ। ਅਮਰੀਕਾ ਦੇ ਵਿੱਚ ਵਿਦਿਆਰਥੀਆਂ ਉੱਤੇ ਬਹੁਤ ਵੱਡਾ ਸੰਕਟ ਮੰਡਰਾ ਰਿਹਾ ਹੈ ਔਰ ਇਸ ਸੰਕਟ ਦੇ ਚੱਲਦੇ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਵਿਦਿਆਰਥੀਆਂ ਦੇ ਉੱਪਰ ਕਿਸ ਤਰੀਕੇ ਦਾ ਸੰਕਟ ਹੈ। ਆਪਾਂ ਸਭ ਜਾਣਦੇ ਹਾਂ ਕਿ ਅਮਰੀਕਾ ਵਰਗੇ ਦੇਸ਼ 'ਚ ਇਸ ਸਮੇਂ ਮਾਹੌਲ ਬਹੁਤ ਤਣਾਅਪੂਰਨ ਬਣਿਆ ਹੋਇਆ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪਹੁੰਚੇ ਨੇ। ਪਰ ਇਹ ਸਿਰਫ ਉਹਨਾਂ ਤੱਕ ਸੀਮਿਤ ਨਹੀਂ ਰਿਹਾ। ਹੁਣ ਜਿਨ੍ਹਾਂ ਕੋਲ ਵੀਜ਼ੇ ਆ ਉਹਨਾਂ ਉੱਪਰ ਵੀ ਖਤਰਾ ਮੰਡਰਾ ਰਿਹਾ, ਖਾਸ ਤੌਰ ਤੇ ਵਿਦਿਆਰਥੀਆਂ ਉੱਪਰ ਇਹ ਬਹੁਤ ਜ਼ਿਆਦਾ ਮੁਸ਼ਕਲ ਸਮਾਂ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿਸ ਵੇਲੇ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇ। ਹੁਣ ਲਗਾਤਾਰ ਐਸੀਆਂ ਹੀ ਅਪਡੇਟਸ ਜਾਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੋਂ ਇਹ ਪਤਾ ਚੱਲ ਰਿਹਾ ਕਿ ਵਿਦਿਆਰਥੀਆਂ ਦੇ ਵੀਜ਼ੇ ਕਿਸ ਤਰੀਕੇ ਨਾਲ ਰੱਦ ਹੋ ਰਹੇ ਨੇ। ਈਵਨ ਕਿ ਇਹਨਾਂ ਸਟੂਡੈਂਟਸ ਨੇ ਕੋਈ ਅਪਰਾਧ ਵੀ ਨਹੀਂ ਕੀਤਾ, ਫਿਰ ਵੀ ਇਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ, ਇਹਨਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ। ਇਸ ਕਰਕੇ ਹੁਣ ਇਹਨਾਂ ਵਿਦਿਆਰਥੀਆਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਵੱਧ ਰਹੀ ਹੈ। ਇਹ ਗਿਣਤੀ ਬਹੁਤ ਜ਼ਿਆਦਾ ਹੈ, ਪਰ ਹੈਰਾਨੀ ਵਾਲੀ ਗੱਲ ਤੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਇਸ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। 50% ਭਾਰਤੀ ਵਿਦਿਆਰਥੀ ਇਸ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ। ਹੁਣ ਆਉਣ ਵਾਲੇ ਸਮੇਂ ਵਿੱਚ ਯਾਨੀ ਕਿ ਅਗਲੇ ਟਾਈਮ 'ਚ ਹੋਰ ਵੀ ਵੀਜ਼ੇ ਰੱਦ ਹੋ ਸਕਦੇ ਨੇ। ਸੋ ਹੁਣ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਏ ਨੇ ਉਹਨਾਂ ਨੇ ਅਮਰੀਕੀ ਸਰਕਾਰ ਵਿਰੁੱਧ ਹੁਣ ਸੁਪਰੀਮ ਕੋਰਟ ਦੀ ਹੈਲਪ ਲਈ ਹੈ। ਅਮਰੀਕਾ ਵਿੱਚ ਪੜ੍ਹਾਈ ਕਰ ਰਹੇ 3 ਭਾਰਤੀ ਅਤੇ 2 ਚੀਨੀ ਵਿਦਿਆਰਥੀਆਂ ਨੇ ਅਮਰੀਕੀ ਸਰਕਾਰ ਵਿਰੁੱਧ ਕੇਸ ਦਰਜ ਕਰਵਾਤਾ ਹੈ। ਉਹਨਾਂ ਦਾ ਆਰੋਪ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਦੇ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ, ਜਿਸ ਕਾਰਨ ਉਹਨਾਂ ਦੀ ਪੜ੍ਹਾਈ ਅਤੇ ਭਵਿੱਖ ਦੋਵੇਂ ਖਤਰੇ ਵਿੱਚ ਪੈ ਗਏ ਹਨ, ਕਿਉਂਕਿ ਵਿਦਿਆਰਥੀ ਲੱਖਾਂ ਕਰੋੜਾਂ ਰੁਪਏ ਲਗਾ ਕੇ ਅਮਰੀਕਾ ਵਿੱਚ ਪਹੁੰਚੇ, ਇੱਥੇ ਪੜ੍ਹਾਈ ਕੀਤੀ ਔਰ ਇਸ ਤੋਂ ਬਾਅਦ ਅੱਜ ਇਹ ਸਥਿਤੀ ਬਣ ਚੁੱਕੀ ਹੈ ਕਿ ਇਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ, ਜਿਸ ਦਾ ਅਸਰ ਇਹਨਾਂ ਦੀ ਪੜ੍ਹਾਈ ਤੇ ਬਹੁਤ ਵੱਡਾ ਤੇ ਡੂੰਘਾ ਪੈਣ ਵਾਲਾ ਹੈ। ਬਹੁਤ ਸਾਰੇ ਵਿਦਿਆਰਥੀ ਤਾਂ ਐਸੇ ਸੀ ਜਿਨ੍ਹਾਂ ਦੇ ਆਖਰੀ ਸਮੈਸਟਰ ਚੱਲ ਰਹੇ ਨੇ ਜਾਂ ਫਿਰ ਮੈਂ ਕਹਾਂ ਜਿਨ੍ਹਾਂ ਦਾ ਸਮਾਂ ਪੂਰਾ ਹੋਣ ਵਾਲਾ ਹੈ, ਡਿਗਰੀ ਮਿਲਣ ਵਾਲੀ ਹੈ। ਹੁਣ ਉਹਨਾਂ ਨੂੰ ਵੀ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੇਸ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਵੱਲੋਂ ਨਿਊ ਹੈਮਸ਼ਾਇਰ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ। ਸੋ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਕਾਰਨ ਹੁਣ ਉਹ ਨਾ ਤਾਂ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਸਕਦੇ ਹਨ, ਕਿਉਂਕਿ ਉੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਿਹਾ, ਤੇ ਨਾ ਉਹ ਆਪਣੀ ਪੜ੍ਹਾਈ ਨੂੰ ਅੱਗੇ ਕੰਟੀਨਿਊ ਕਰ ਸਕਦੇ ਹਨ। ਇਹਨਾਂ ਦੋਨਾਂ ਚੀਜ਼ਾਂ ਤੋਂ ਇਹ ਵਿਦਿਆਰਥੀ ਵਾਂਝੇ ਹੋ ਚੁੱਕੇ ਨੇ। ਇਸ ਕਰਕੇ ਹੀ ਉਹਨਾਂ ਨੇ ਹੁਣ ਇਹ ਫੈਸਲਾ ਲਿਆ ਤੇ ਅਮਰੀਕੀ ਸਰਕਾਰ ਵਿਰੁੱਧ ਜੋ ਹੈ ਕੇਸ ਕਰਵਾਇਆ ਹੈ। ਭਾਰਤੀ ਵਿਦਿਆਰਥੀ ਜਿਸ ਦਾ ਨਾਮ ਬਲਿੰਕੀ ਦੱਸਿਆ ਜਾ ਰਿਹਾ ਹੈ, ਉਸਦੀ ਮਾਸਟਰ ਡਿਗਰੀ 20 ਮਈ ਨੂੰ ਪੂਰੀ ਹੋਣੀ ਸੀ ਔਰ 20 ਮਈ ਨੂੰ ਸਮਾਂ ਵੀ ਬਹੁਤ ਥੋੜਾ ਰਹਿ ਚੁੱਕਿਆ ਹੈ, ਪਰ ਵੀਜ਼ਾ ਰੱਦ ਹੋਣ ਕਰਕੇ ਹੁਣ ਨਾ ਤਾਂ ਉਹਨੂੰ ਆਪਣੀ ਡਿਗਰੀ ਮਿਲ ਸਕਦੀ ਹੈ ਅਤੇ ਨਾ ਹੀ ਉਹ OPT ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦਾ ਹੈ। ਦੂਸਰਾ ਹੈ ਥਾਨੂਜ ਕੁਮਾਰ ਅਤੇ ਮਨਿੰਗਤਾ ਪਸੂਲਾ। ਇਹ ਦੋਵੇਂ ਭਾਰਤੀ ਵਿਦਿਆਰਥੀ ਹਨ ਅਤੇ ਇਹਨਾਂ ਦੀ ਪੜ੍ਹਾਈ ਦਾ ਸਿਰਫ ਇੱਕ ਸਮੈਸਟਰ ਬਚਿਆ ਹੈ ਅਮਰੀਕਾ ਵਿੱਚ, ਪਰ ਵੀਜ਼ਾ ਨਾ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਵੀ ਅਧੂਰੀ ਰਹਿ ਸਕਦੀ ਹੈ। ਇਸ ਤੋਂ ਬਾਅਦ ਚੀਨੀ ਵਿਦਿਆਰਥੀ ਦੀ ਗੱਲ ਕਰ ਲਾਂ ਤੇ ਇਸ ਵਿੱਚ ਇੱਕ ਵਿਦਿਆਰਥੀ ਜਿਸ ਦਾ ਨਾਮ ਹੈਂਗ ਰੂਈ ਦੱਸਿਆ ਜਾ ਰਿਹਾ ਹੈ, ਉਸਦੀ ਰਿਸਰਚ ਅਸਿਸਟੈਂਟ ਦੀ ਨੌਕਰੀ ਵੀ ਵੀਜ਼ਾ ਰੱਦ ਹੋਣ ਕਰਕੇ ਚਲੀ ਗਈ, ਜੋ ਕਿ ਉਸਦੀ ਆਮਦਨ ਦਾ ਇਕਲੌਤਾ ਸਰੋਤ ਸੀ। ਉੱਥੇ ਹੀ ਹਾਊ ਯਾਂਗ ਐਨ ਨੂੰ ਆਪਣੀ ਮਾਸਟਰ ਡਿਗਰੀ ਅਧੂਰੀ ਛੱਡਣੀ ਪੈ ਸਕਦੀ ਹੈ, ਜਦਕਿ ਉਸਨੇ ਹੁਣ ਤੱਕ ਲਗਭਗ 2.5 ਯਾਨੀ ਕਿ 2.5 ਕਰੋੜ ਆਪਣੀ ਪੜ੍ਹਾਈ ਦੇ ਖਰਚ ਕਰ ਦਿੱਤੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ ਔਰ ਨਿਯਮਿਤ ਤੌਰ ਤੇ ਪੜ੍ਹਾਈ ਕਰ ਰਹੇ ਸਨ, ਕਿਸੇ ਗੈਰ ਕਾਨੂੰਨੀ ਕੰਮ ਵਿੱਚ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਕਿਸੇ ਅਪਰਾਧ ਨਾਲ ਸੰਬੰਧਿਤ ਸਨ। ਫਿਰ ਵੀ ਉਹਨਾਂ ਦੇ ਨਾਲ ਇਸ ਤਰੀਕੇ ਦਾ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ। ਹੁਣ ਇਹ ਵਿਦਿਆਰਥੀ ਚਾਹੁੰਦੇ ਹਨ ਕਿ ਅਦਾਲਤ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰੇ ਤਾਂ ਉਹਨਾਂ ਦੀ ਮਦਦ ਹੋ ਸਕੇ, ਤਾਂ ਜੋ ਆਪਣੀ ਪੜ੍ਹਾਈ ਨੂੰ ਪੂਰੀ ਕਰ ਸਕਣ ਅਤੇ ਆਪਣਾ ਭਵਿੱਖ ਜੋ ਹੈ ਸੁਰੱਖਿਅਤ ਕਰ ਸਕਣ। ਵਿਦੇਸ਼ ਮੰਤਰਾਲੇ ਨੇ 15 ਅਪ੍ਰੈਲ ਨੂੰ ਕਿਹਾ ਸੀ ਕਿ ਅਮਰੀਕਾ ਵਿੱਚ ਸਥਿਤ ਭਾਰਤੀ ਮਿਸ਼ਨ ਉਹਨਾਂ ਭਾਰਤੀ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਜੋ ਵੀਜ਼ਾ ਰੱਦ ਹੋਣ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹਨਾਂ ਨੂੰ ਸੰਭਵ ਤੌਰ ਤੇ ਹਰ ਮਦਦ ਦਿੱਤੀ ਜਾ ਰਹੀ ਹੈ। ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ
ਇਹ ਸਾਹਮਣੇ ਆਇਆ ਕਿ ਅਮਰੀਕਾ 'ਚ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਉਹਨਾਂ ਵਿੱਚੋਂ 50% ਭਾਰਤੀ ਵਿਦਿਆਰਥੀ ਸਨ। ਇਸ ਰਿਪੋਰਟ ਮੁਤਾਬਕ ਭਾਰਤ ਉਹਨਾਂ ਦੇਸ਼ਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਈਵਨ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਅਮਰੀਕਾ ਵਿੱਚ ਬਹੁਤ ਜ਼ਿਆਦਾ ਹੈ। ਇਹ ਗਿਣਤੀ 3 ਲੱਖ ਤੋਂ ਵੱਧ ਹੈ ਔਰ ਉਧਰ ਇਹੀ ਸਾਹਮਣੇ ਆ ਰਿਹਾ ਕਿ 50% ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਅਪਡੇਟਸ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਬਹੁਤ ਗਿਣਤੀ ਵਿਦਿਆਰਥੀਆਂ ਦੀ ਸਾਹਮਣੇ ਆਈ ਸੀ, ਜਿਸ ਵਿੱਚ 300 ਵਿਦਿਆਰਥੀ ਸ਼ਾਮਲ ਸੀ। ਹੁਣ ਹੌਲੀ-ਹੌਲੀ ਵਿਦਿਆਰਥੀਆਂ ਦੇ ਜਿਹੜੇ ਨੇ ਸੋਸ਼ਲ ਅਕਾਊਂਟਸ ਵੀ ਚੈੱਕ ਕੀਤੇ ਜਾ ਰਹੇ। ਵਿਦਿਆਰਥੀਆਂ ਦੇ ਉੱਤੇ ਵੀ ਕਾਫੀ ਜ਼ਿਆਦਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਈਵਨ ਕਿ ਉਹਨਾਂ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਕਦੀ ਬਹੁਤ ਸਮਾਂ ਪਹਿਲਾਂ ਗੁਨਾਹ ਕੀਤਾ ਹੋਏਗਾ। ਉਹ ਵੀ ਕੋਈ ਛੋਟਾ-ਮੋਟਾ, ਜਿਵੇਂ ਕਿਸੇ ਨਿਯਮ ਦੀ ਉਲੰਘਣਾ ਕੀਤੀ ਹੋਏਗੀ, ਟ੍ਰੈਫਿਕ ਰੂਲਸ ਫੋਲੋ ਨਹੀਂ ਕੀਤੇ ਹੋਣਗੇ, ਤਾਂ ਉਹਨਾਂ ਦੇ ਵਿਰੁੱਧ ਜੋ ਵੀ ਦਾਇਰ ਸਜ਼ਾ ਸੀ, ਕਾਰਵਾਈ ਸੀ, ਉਹ ਕਦੋਂ ਦੀ ਰੱਦ ਹੋ ਚੁੱਕੀ ਹੈ। ਪਰ ਉਸ ਨੂੰ ਮੁੱਦਾ ਬਣਾ ਕੇ ਹੁਣ ਇਹਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ। ਸੋ ਵਿਦਿਆਰਥੀ ਹੁਣ ਇਹ ਗੁਹਾਰ ਲਗਾ ਰਹੇ ਨੇ ਕਿ ਐਸਾ ਨਾ ਕੀਤਾ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਨੋਟਿਸ ਵੀ ਨਹੀਂ ਦਿੱਤਾ ਜਾ ਰਿਹਾ ਕਿ ਉਹਨਾਂ ਦੇ ਵੀਜ਼ੇ ਰੱਦ ਹੋ ਰਹੇ ਨੇ ਤੇ ਇਸ ਦੇ ਕਾਰਨ ਕੀ ਇਹ ਵੀ ਨਹੀਂ ਦੱਸਿਆ ਜਾ ਰਿਹਾ। ਸੋ ਭਾਰਤ ਤੋਂ ਬਾਅਦ ਨੰਬਰ ਆਉਂਦਾ ਚੀਨ ਦਾ। ਚੀਨ ਦੀ ਆਬਾਦੀ ਜਾਂ ਕਵਾਂ ਵਿਦਿਆਰਥੀ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਮਰੀਕਾ ਵਿੱਚ। ਸੋ ਇੱਥੇ 14% ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ, ਜਿੱਥੇ ਭਾਰਤ ਦੇ 50% ਕੀਤੇ ਗਏ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਏ ਆ ਉਹਨਾਂ ਵਿੱਚੋਂ ਅੱਧੇ ਤੋਂ ਬਾਅਦ OPT ਯਾਨੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਤੇ ਸਨ। ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦਾ ਮਤਲਬ ਇਹ ਹੈ ਕਿ ਉਹ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਅਮਰੀਕਾ ਵਿੱਚ ਨੌਕਰੀ ਕਰ ਰਹੇ ਸਨ, ਪਰ ਹੁਣ ਉਹਨਾਂ ਦੇ ਵੀਜ਼ੇ ਰੱਦ ਕਰਕੇ ਉਹਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ। ਇਹਨਾਂ ਵਿਦਿਆਰਥੀਆਂ ਨੂੰ ਨਾ ਸਿਰਫ ਆਪਣੀ ਨੌਕਰੀ ਗਵਾਉਣ ਦਾ ਖਤਰਾ ਹੈ, ਸਗੋਂ ਉਹਨਾਂ ਨੂੰ ਅਮਰੀਕਾ ਛੱਡਣ ਦਾ ਡਰ ਵੀ ਸਤਾ ਰਿਹਾ ਹੈ, ਕਿਉਂਕਿ ਇਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਹਾਂ, ਪਰ ਇਸ ਤੋਂ ਪਹਿਲਾਂ ਅਗਰ ਅਦਾਲਤ ਕੋਈ ਵੱਡਾ ਫੈਸਲਾ ਲੈਂਦੀ ਹੈ, ਅਗਰ ਉਹ ਡੋਨਾਲਡ ਟਰੰਪ ਮੰਨਦੇ ਨੇ, ਤਾਂ ਸ਼ਾਇਦ ਕੋਈ ਬਦਲਾਅ ਆ ਸਕਦਾ ਹੈ। ਪਰ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਸਰਕਾਰ ਦੀ ਸਖਤੀ ਕਰਕੇ ਹੁਣ ਇਹਨਾਂ ਵਿਦਿਆਰਥੀਆਂ ਦੇ ਉੱਪਰ ਬਹੁਤ ਜ਼ਿਆਦਾ ਵੱਡਾ ਸੰਕਟ ਮੰਡਰਾ ਰਿਹਾ ਹੈ ਅਤੇ ਇਸੇ ਡਰ ਕਰਕੇ, ਇसी ਚੀਜ਼ ਕਰਕੇ ਹੁਣ ਬਾਕੀ ਜੋ ਵਿਦਿਆਰਥੀ ਹੈ ਜਿਨ੍ਹਾਂ ਨੂੰ ਹਾਲੇ ਤੱਕ ਐਸੀ ਈਮੇਲਸ ਤਾਂ ਨਹੀਂ ਆਈਆਂ, ਪਰ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ, ਖਾਸ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਦੇ ਮਨ ਵਿੱਚ ਇਸ ਸਮੇਂ ਡਰ ਬੈਠ ਚੁੱਕਿਆ ਹੈ ਕਿਤੇ ਉਹਨਾਂ ਦੇ ਨਾਲ ਵੀ ਐਸਾ ਨਾ ਹੋ ਜਾਏ। ਸੋ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਅਦਾਲਤ ਆਪਣਾ ਕੀ ਫੈਸਲਾ ਲੈਂਦੀ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਸੁਣਵਾਈ ਕੀਤੀ ਜਾਂਦੀ ਹੈ ਜਾਂ ਨਹੀਂ। ਸੋ ਕੈਨੇਡਾ ਵਾਲਿਆਂ ਦੀ ਖੁਸ਼ਖਬਰੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਹੁਣ PR ਬਹੁਤ ਆਸਾਨੀ ਨਾਲ ਮਿਲ ਸਕਦੀ ਹੈ। ਜੀ ਹਾਂ, ਕੈਨੇਡਾ ਦੇ ਵਿੱਚ ਇਸ ਸਮੇਂ PR ਹਾਸਲ ਕਰਨਾ ਥੋੜਾ ਮੁਸ਼ਕਿਲ ਹੈ। ਇਮੀਗ੍ਰੇਸ਼ਨ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸਖਤੀ ਕੈਨੇਡਾ ਵਿੱਚ ਦੇਖਣ ਨੂੰ ਮਿਲ ਰਹੀ ਹੈ, ਪਰ ਫਿਰ ਵੀ ਜੇ ਮੈਂ ਭਾਰਤੀਆਂ ਦੀ ਗੱਲ ਕਰਾਂ ਤੇ ਸਾਡੇ ਭਾਰਤੀਆਂ ਦੀ ਗਿਣਤੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਹੈ ਤੇ ਇਸ ਵੇਲੇ PR ਹਾਸਲ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਲੰਬੀ ਲਾਈਨ ਲੱਗੀ ਹੋਈ ਹੈ PR ਹਾਸਲ ਕਰਨ ਵਾਲਿਆਂ ਦੀ, ਕਿਉਂਕਿ PR ਅਪਲਾਈ ਬਹੁਤ ਸਾਰੇ ਲੋਕਾਂ ਨੇ ਕੀਤਾ ਹੈ ਔਰ ਉੱਥੇ ਦੀ PR ਹਾਸਲ ਕਰਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਵੀ ਹੈ। ਕੈਨੇਡਾ ਤੋਂ ਬਾਅਦ ਅਮਰੀਕਾ ਵੀ ਐਸਾ ਦੇਸ਼ ਹੈ ਜਿੱਥੇ ਦੀ ਨਾਗਰਿਕਤਾ ਹਾਸਲ ਕਰਨਾ ਬਹੁਤ ਸਾਰੇ ਵਿਦੇਸ਼ੀਆਂ ਦਾ ਸੁਪਨਾ ਹੁੰਦਾ, ਪਰ ਉੱਥੇ ਫਿਲਹਾਲ ਇਹ ਸੁਪਨਾ ਜਿਹੜਾ ਹੈ ਇਸ ਸਮੇਂ ਪੂਰਾ ਹੋਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਪਰ ਕੈਨੇਡਾ ਸਰਕਾਰ ਨੇ ਕੁਝ ਐਸੀ ਰਾਹ ਦਿੱਤੀ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ PR ਹਾਸਲ ਕਰਨਾ ਸੌਖਾ ਹੈ। ਭਾਰਤੀਆਂ ਕੋਲ ਹੁਣ ਕੈਨੇਡਾ ਦੀ PR ਹਾਸਲ ਕਰਨ ਦਾ ਵਧੀਆ ਮੌਕਾ ਹੈ। ਦਰਅਸਲ ਕੈਨੇਡਾ ਸਰਕਾਰ ਦੇਸ਼ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਥਾਈ ਨਿਵਾਸ ਯਾਨੀ PR ਪ੍ਰਦਾਨ ਕਰਦੀ ਹੈ। ਹਰ ਸਾਲ ਲੱਖਾਂ ਕਾਮਿਆਂ ਨੂੰ ਕੈਨੇਡਾ ਵਿੱਚ ਸਥਾਈ ਤੌਰ ਤੇ ਵਸਣ ਦਾ ਮੌਕਾ ਮਿਲਦਾ ਹੈ। ਕੈਨੇਡਾ ਵਿੱਚ ਭਾਰਤੀਆਂ ਸਮੇਤ ਵਿਦੇਸ਼ੀ ਕਾਮਿਆਂ ਨੂੰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ PR ਦਿੱਤੀ ਜਾਂਦੀ ਹੈ। ਇਸ ਅਧੀਨ 3 ਮੁੱਖ ਪ੍ਰੋਗਰਾਮ ਹਨ, ਜਿਨ੍ਹਾਂ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਸ਼ਾਮਲ ਹਨ। ਇਹਨਾਂ ਦੇ ਤਹਿਤ ਹੀ PR ਜਿਹੜੀ ਹੈ ਦਿੱਤੀ ਜਾਂਦੀ ਹੈ। ਸੋ ਐਕਸਪ੍ਰੈਸ ਐਂਟਰੀ ਤਹਿਤ ਕੁਝ ਖਾਸ ਹੁਨਰ ਵਾਲੇ ਲੋਕ ਦੇਸ਼ ਵਿੱਚ ਸੈਟਲ ਹੁੰਦੇ ਹਨ। ਐਕਸਪ੍ਰੈਸ ਐਂਟਰੀ ਅਧੀਨ PR ਦੇਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜ਼ਿਆਦਾਤਰ ਧਿਆਨ STEM STEM ਜਿਵੇਂ ਕਿ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਯਾਨੀ ਕਿ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥਸ ਸ਼੍ਰੇਣੀਆਂ ਇਸ ਦੇ ਉੱਤੇ ਆਧਾਰਿਤ ਹੁੰਦੀਆਂ ਨੇ, ਕਿਉਂਕਿ ਇਹ ਅਰਥ ਵਿਵਸਥਾ ਲਈ ਮਹੱਤਵਪੂਰਨ ਹਨ। ਬਹੁਤ ਸਾਰੇ ਭਾਰਤੀ ਅਤੇ ਵਿਦੇਸ਼ੀ ਕਾਮੇ STEM ਖੇਤਰਾਂ ਵਿੱਚ ਕੰਮ ਕਰਦੇ ਹਨ ਅਤੇ PR ਲਈ ਯੋਗ ਹਨ। ਐਕਸਪ੍ਰੈਸ ਐਂਟਰੀ PR ਦੇਣ ਲਈ CRS ਪੁਆਇੰਟਸ ਦੀ ਵਰਤੋਂ ਕਰਦੀ ਹੈ, ਜੋ ਕਿ ਬਿਨੇਕਾਰ ਦੀ ਉਮਰ, ਨੌਕਰੀ, ਡਿਗਰੀ ਆਦਿ ਦੇ ਆਧਾਰ ਤੇ ਦਿੱਤੇ ਜਾਂਦੇ ਹਨ। ਸੋ ਹੁਣ ਇਸ ਵਿੱਚ ਕਿੰਨੇ ਪ੍ਰਕਾਰ ਦੀਆਂ ਨੌਕਰੀਆਂ ਸ਼ਾਮਲ ਹੈ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ
ਕਿ STEM यानी STEM श्रेणी ਵਿੱਚ ਫਿਲਹਾਲ 11 ਨੌਕਰੀਆਂ ਸ਼ਾਮਲ ਹਨ। ਹਾਲ ਹੀ ਵਿੱਚ ਕੈਨੇਡੀਅਨ ਸਰਕਾਰ ਨੇ STEM ਸ਼੍ਰੇਣੀ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਕੁਝ ਹੋਰਾਂ ਨੂੰ ਸ਼ਾਮਲ ਕੀਤਾ ਹੈ। ਕੁੱਲ ਮਿਲਾ ਕੇ ਇਸ ਵੇਲੇ STEM ਸ਼੍ਰੇਣੀ ਵਿੱਚ 11 ਕਿਸਮਾਂ ਦੀਆਂ ਨੌਕਰੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਕਰਨ ਵਾਲੇ ਲੋਕਾਂ ਲਈ PR ਪ੍ਰਾਪਤ ਕਰਨਾ ਬਹੁਤ ਆਸਾਨ ਹਨ। ਤਾਂ ਦੱਸ ਦਿੰਦੇ ਹਾਂ ਕਿ ਇਸ ਵਿੱਚ ਕਿਹੜੀਆਂ ਨੌਕਰੀਆਂ ਸ਼ਾਮਲ ਹਨ। ਇਸ ਵਿੱਚ ਸ਼ਾਮਲ ਹੈ ਆਰਕੀਟੈਕਚਰ ਅਤੇ ਵਿਗਿਆਨ ਪ੍ਰਬੰਧਕ, ਸਿਵਲ ਇੰਜੀਨੀਅਰਿੰਗ, ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨ, ਸਿਵਲ ਇੰਜੀਨੀਅਰ, ਸਾਈਬਰ ਸੁਰੱਖਿਆ ਮਾਹਰ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ, ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰ, ਭੂ ਵਿਗਿਆਨ ਇੰਜੀਨੀਅਰ, ਉਦਯੋਗਿਕ ਅਤੇ ਨਿਰਮਾਣ ਇੰਜੀਨੀਅਰ, ਬੀਮਾ ਏਜੰਟ ਅਤੇ ਦਲਾਲ, ਮੈਕਨੀਕਲ ਇੰਜੀਨੀਅਰਿੰਗ, ਟੈਕਨੋਲੋਜਿਸਟ ਅਤੇ ਟੈਕਨੀਸ਼ੀਅਨਸ ਮੈਕਨੀਕਲ ਇੰਜੀਨੀਅਰ। ਸੋ ਤੁਹਾਨੂੰ ਇਸ ਸ਼੍ਰੇਣੀ ਵਿੱਚ PR ਲਈ ਤਾਂ ਹੀ ਯੋਗ ਮੰਨਿਆ ਜਾਵੇਗਾ ਜੇਕਰ ਤੁਹਾਡੇ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਪੂਰਾ ਸਮਾਂ ਕੰਮ ਕਰਨ ਦਾ ਐਕਸਪੀਰੀਅੰਸ ਹੋਏਗਾ। ਸਿਰਫ ਇਹ ਹੀ ਨਹੀਂ ਸਗੋਂ ਤੁਹਾਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਲਈ ਵੀ ਯੋਗ ਹੋਣਾ ਚਾਹੀਦਾ ਹੈ। ਹੁਣ ਜੇਕਰ ਤੁਸੀਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਡੇ ਲਈ ਕੈਨੇਡਾ ਵਿੱਚ ਸਥਾਈ ਤੌਰ ਤੇ ਸੈਟਲ ਹੋਣਾ ਬਹੁਤ ਆਸਾਨ ਹੋ ਜਾਵੇਗਾ। ਹਾਲਾਂਕਿ PR ਦੇ ਹੋਰ ਨਿਯਮਾਂ ਅਤੇ ਸ਼ਰਤਾਂ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਸੋ ਸਰਕਾਰ ਕਿਤੇ ਨਾ ਕਿਤੇ ਇੱਕ ਪਾਸੇ ਸਖਤੀ ਕਰਦੀ ਹੈ ਤੇ ਦੂਸਰੇ ਪਾਸੇ ਕੋਈ ਨਾ ਕੋਈ ਰਸਤਾ ਜ਼ਰੂਰ ਖੋਲਦੀ ਹੈ ਜਿਸ ਰਾਹੀਂ ਤੁਸੀਂ ਉੱਥੇ ਦੀ PR ਨੂੰ ਹਾਸਲ ਕਰ ਸਕਦੇ ਹੋ। ਫਿਲਹਾਲ ਜਿਹੜੀਆਂ ਤੁਹਾਨੂੰ ਸ਼੍ਰੇਣੀਆਂ ਦੱਸੀਆਂ ਨੇ, ਜਿਹੜੀਆਂ ਨੌਕਰੀਆਂ ਦੱਸੀਆਂ ਨੇ, ਇਸ ਵਿੱਚ ਤੁਸੀਂ ਅਗਰ ਯੋਗ ਹੋ ਤੇ ਤੁਹਾਨੂੰ PR ਬਹੁਤ ਆਸਾਨੀ ਨਾਲ ਮਿਲ ਸਕਦੀ ਹੈ। ਅਗਰ ਤੁਸੀਂ ਨਹੀਂ ਹੋ ਤੇ ਤੁਸੀਂ ਇਸ ਨਾਲ ਜੁੜੀ ਕੋਈ ਨਾ ਕੋਈ ਚੀਜ਼ ਐਸੀ ਕਰ ਸਕਦੇ ਹੋ ਜੋ ਤੁਹਾਨੂੰ ਇੱਥੇ ਨੌਕਰੀ ਪ੍ਰਦਾਨ ਕਰੇ, ਉਸ ਤੋਂ ਬਾਅਦ ਤੁਸੀਂ ਉੱਥੇ ਦੀ PR ਹਾਸਲ ਕਰ ਸਕੋ। ਪਿਛਲੇ ਸਮੇਂ ਦੀ ਗੱਲ ਕਰਾਂ ਤੇ ਅੱਜ ਦੇ ਸਮੇਂ ਦੀ ਗੱਲ ਕਰਾਂ ਤੇ ਇਸ ਸਮੇਂ ਵਿੱਚ ਬਹੁਤ ਵੱਡਾ ਅੰਤਰ ਦੇਖਣ ਨੂੰ ਮਿਲੇਗਾ। ਇੱਕ ਸਮਾਂ ਸੀ ਜਦੋਂ ਲੋਕ ਆਪਣੇ ਹੱਥੀਂ ਕੰਮ ਕਰਦੇ ਸੀ, ਹਰ ਇੱਕ ਚੀਜ਼ ਨੂੰ ਹੱਥ ਨਾਲ ਕੀਤਾ ਜਾਂਦਾ ਸੀ। ਈਵਨ ਕਿ ਸਾਡੇ TV ਵਿੱਚ ਚੱਲਣ ਵਾਲੇ ਕਾਰਜਕ੍ਰਮ, ਕਾਰਟੂਨਸ ਹੋ ਗਏ, ਹਰ ਇੱਕ ਚੀਜ਼ ਨੂੰ ਹੱਥ ਦੀ ਮਦਦ ਨਾਲ ਕੀਤਾ ਜਾਂਦਾ ਸੀ। ਟਾਈਪਿੰਗ ਹੱਥਾਂ ਨਾਲ ਕੀਤੀ ਜਾਂਦੀ ਸੀ, ਲਿਖਿਆ ਜਾਂਦਾ ਸੀਗਾ। ਹੌਲੀ-ਹੌਲੀ ਕਰਦੇ ਸਮਾਂ ਬਦਲਦਾ ਗਿਆ, ਬਹੁਤ ਸਾਰੀਆਂ ਚੀਜ਼ਾਂ ਆਉਣ ਲੱਗ ਗਿਆ, ਟੈਕਨੋਲੋਜੀ ਆਉਣ ਲੱਗ ਗਈ ਔਰ ਲੋਕ ਇਸ ਵਿੱਚ ਸ਼ਾਮਲ ਹੁੰਦੇ ਗਏ। ਅਸੀਂ ਅੱਜ ਐਸੇ ਯੁੱਗ ਵਿੱਚ ਜੀ ਰਹੇ ਹਾਂ ਜਿਸ ਵਿੱਚ ਸਾਡੇ ਨਾਲ ਇੰਨੀਆਂ ਜ਼ਿਆਦਾ ਟੈਕਨੋਲੋਜੀਜ਼ ਜੁੜੀਆਂ ਹੋਈਆਂ ਨੇ ਕਿ ਅਸੀਂ ਬਹੁਤ ਆਸਾਨੀ ਦੇ ਨਾਲ ਕੋਈ ਵੀ ਕੰਮ ਕਰ ਲੈਂਦੇ ਹਾਂ। ਅੱਜ ਸਾਡੇ ਬਹੁਤ ਵੱਡੇ ਕੰਮ ਮਿੰਟਾਂ ਸਕਿੰਟਾਂ ਵਿੱਚ ਹੋ ਜਾਂਦੇ ਨੇ ਜਸਟ ਬਿਕੋਜ਼ ਕਿ ਅਸੀਂ ਅੱਜ ਟੈਕਨੋਲੋਜੀ ਦੀ ਦੁਨੀਆ ਨਾਲ ਜੁੜ ਚੁੱਕੇ ਹਾਂ। ਸਾਡੇ ਕੋਲ ਜੋ ਗੈਜਟਸ ਨੇ, ਸਾਡੀ ਹਰ ਚੀਜ਼ ਵੀ ਸਾਡੀ ਮਦਦ ਕਰਦੇ ਨੇ। ਕਿਸੇ ਨਾਲ ਗੱਲਬਾਤ ਕਰਨੀ ਹੋਵੇ, ਇੱਕ ਟੈਲੀਫੋਨ ਦੀ ਮਦਦ ਨਾਲ ਗੱਲਬਾਤ ਹੋ ਜਾਂਦੀ ਹੈ। ਨਹੀਂ ਤਾਂ ਇੱਕ ਸਮਾਂ ਸੀ ਜਦੋਂ ਚਿੱਠੀਆਂ ਰਾਹੀਂ ਇੱਕ ਦੂਸਰੇ ਨੂੰ ਸੰਦੇਸ਼ ਪਹੁੰਚਾਏ ਜਾਂਦੇ ਸੀ। ਸੋ ਸਮਾਂ ਬਦਲ ਰਿਹਾ ਹੈ, ਇਸ ਦੇ ਨਾਲ ਦੇਸ਼ ਤਰੱਕੀ ਕਰ ਰਹੇ ਨੇ। ਹਰ ਇੱਕ ਦੇਸ਼ 'ਚ ਆਪਾਂ ਅਗਰ ਝਾਤ ਮਾਰੀਏ ਤਾਂ ਹਰ ਇੱਕ ਦੇਸ਼ ਆਪਣੀ ਜਗ੍ਹਾ ਵਿੱਚ ਤਰੱਕੀ ਦੀ ਰਾਹ ਵੱਲ ਤੁਰ ਰਿਹਾ ਹੈ, ਆਪਣੇ ਆਪ ਨੂੰ ਡਿਵੈਲਪ ਕਰ ਰਿਹਾ ਹੈ। ਔਰ ਹੁਣ ਸਮਾਂ ਆ ਚੁੱਕਿਆ AI ਦਾ। AI ਇੱਕ ਉਹ ਚੀਜ਼ ਹੈ ਜੋ ਮਨੁੱਖ ਦੀ ਸਥਾਨ ਲੈਣ ਨੂੰ ਬਸ ਕੁਝ ਹੀ ਦੂਰ ਹੈ, ਯਾਨੀ ਕਿ ਮਨੁੱਖੀ ਜਗ੍ਹਾ ਨੂੰ ਬਹੁਤ ਜਲਦੀ ਹਾਸਲ ਕਰ ਸਕਦੀ ਹੈ। AI ਦੇ ਅਗਰ ਬਹੁਤ ਜ਼ਿਆਦਾ ਫਾਇਦੇ ਨੇ ਤੇ ਇਸਦੇ ਬਹੁਤ ਜ਼ਿਆਦਾ ਨੁਕਸਾਨ ਵੀ ਨੇ। ਔਰ ਇਸ ਇੱਕ ਐਸੀ ਭਵਿੱਖਬਾਣੀ ਸਾਹਮਣੇ ਆਈ ਹੈ ਜਿਸ ਤੋਂ ਇਹ ਪਤਾ ਚੱਲਦਾ ਹੈ, ਜਾਂ ਫਿਰ ਮੈਂ ਕਹਾਂ ਕਿ ਇਸ ਭਵਿੱਖਬਾਣੀ ਨੇ ਇਹ ਕਿਹਾ ਹੈ ਕਿ 10 ਸਾਲਾਂ ਦਰਮਿਆਨ AI ਸਭ ਦੀਆਂ ਨੌਕਰੀਆਂ ਖਾ ਜਾਏਗਾ। ਤੇ ਇਹ ਗੱਲ ਸੱਚ ਵੀ ਹੈ। ਅੱਜ ਰੋਬੋਟਸ ਹਰ ਜਗ੍ਹਾ ਦੇਖਣ ਨੂੰ ਮਿਲਦੇ ਨੇ। ਅੱਜ ਉਹ ਰੋਬੋਟ ਜਿਹੜੇ ਨੇ ਇਨਸਾਨਾਂ ਦੀ ਜਗ੍ਹਾ ਲੈ ਰਹੇ ਨੇ। ਦੌੜ ਵਿੱਚ ਰੋਬੋਟ ਸ਼ਾਮਲ ਹੋ ਚੁੱਕੇ ਨੇ, ਰੇਸ ਕਰ ਰਹੇ ਨੇ, ਰੈਸਲਿੰਗ ਰੋਬੋਟਸ ਕਰ ਰਹੇ ਨੇ, ਖਾਣਾ ਰੋਬੋਟਸ ਬਣਾ ਰਹੇ ਨੇ। ਈਵਨ ਕਿ ਰੈਸਟੋਰੈਂਟ ਵਿੱਚ ਖਾਣਾ ਸਰਵ ਵੀ ਰੋਬੋਟਸ ਕਰ ਰਹੇ ਨੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅੱਜ ਅਸੀਂ ਰੋਬੋਟ ਦੇ ਥਰੂ ਕਰਾ ਰਹੇ ਹਾਂ। ਇਹ ਬਹੁਤ ਵੱਡੀ ਉਪਲਬਧੀ ਅਸੀਂ ਦੱਸਦੇ ਹਾਂ ਕਿ ਅਸੀਂ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ, ਪਰ ਇੱਕ ਦਿਨ ਇਹ ਉਪਲਬਧੀ ਲੋਕਾਂ ਲਈ ਮੁਸੀਬਤ ਬਣ ਸਕਦੀ ਹੈ ਜਦੋਂ ਇਨਸਾਨ ਦੀ ਥਾਂ ਸਾਨੂੰ ਇਹ ਸਿਰਫ AI ਦਿਖਣਗੇ, ਯਾਨੀ ਕਿ ਸਿਰਫ ਔਰ ਸਿਰਫ ਇਹ ਰੋਬੋਟਸ ਜਾਂ ਗੈਜਟਸ ਹੀ ਨਜ਼ਰ ਆਉਣਗੇ। ਇਹ ਗੱਲ ਮੈਂ ਨਹੀਂ ਕਰ ਰਹੀ, ਇਹ ਗੱਲ ਖੁਦ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਕੀਤੀ ਹੈ। ਬਿਲ ਗੇਟਸ ਨੇ AI ਦੇ ਭਵਿੱਖ ਬਾਰੇ ਚਿੰਤਾਜਨਕ ਭਵਿੱਖਬਾਣੀ ਕੀਤੀ ਹੈ। ਗੇਟਸ ਮੁਤਾਬਕ AI ਜਲਦੀ ਹੀ ਮੁੱਖ ਖੇਤਰਾਂ ਦੇ ਮਾਹਰਾਂ ਦੀ ਥਾਂ ਲੈ ਲਵੇਗਾ। ਇੱਕ ਹਾਲੀਆ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਅਗਲੇ 10 ਸਾਲਾਂ ਅੰਦਰ AI ਆਧਾਰਿਤ ਟਿਊਟਰ ਅਤੇ ਡਾਕਟਰੀ ਸਲਾਹਕਾਰ ਮਿਆਰੀ ਹੋਣਗੇ ਅਤੇ ਸਿਹਤ ਮਾਹਰ ਸਲਾਹ ਉਹਨਾਂ ਦੀਆਂ ਉਂਗਲਾਂ ਤੇ ਹੋਵੇਗੀ। ਹਾਲਾਂਕਿ ਇੱਕ ਰਿਪੋਰਟ ਅਨੁਸਾਰ ਇਹ ਤਬਦੀਲੀ ਆਪਣੇ ਨਾਲ ਕਈ ਹੋਰ ਮੌਕੇ ਅਤੇ ਚੁਣੌਤੀਆਂ ਲਿਆ ਸਕਦੀ ਹੈ। ਗੇਟਸ ਜਲਦੀ ਹੀ ਅਧਿਆਪਨ ਅਤੇ ਦਵਾਈ ਵਰਗੇ ਮੁੱਖ ਮਨੁੱਖੀ ਕਾਰਜਾਂ ਨੂੰ ਸੰਭਾਲਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭਵਿੱਖਬਾਣੀ ਕਰਦਾ ਹੈ।
ਬਿਲ ਗੇਟਸ ਕਹਿੰਦੇ ਹਨ ਕਿ ਅਗਲੇ ਦਹਾਕੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਤਰੱਕੀ ਦਾ ਮਤਲਬ ਹੋਵੇਗਾ ਕਿ ਮਨੁੱਖਾਂ ਨੂੰ ਦੁਨੀਆ ਵਿੱਚ ਜ਼ਿਆਦਾਤਰ ਚੀਜ਼ਾਂ ਲਈ ਲੋੜ ਨਹੀਂ ਰਹੇਗੀ, ਯਾਨੀ ਕਿ ਮਨੁੱਖਾਂ ਦੀ ਲੋੜ ਘਟ ਜਾਏਗੀ, AI ਦੀ ਲੋੜ ਵੱਧ ਜਾਏਗੀ। ਮਾਈਕਰੋਸਾਫਟ ਦੇ ਸਹਿ ਸੰਸਥਾਪਕ ਅਤੇ ਅਰਬਪਤੀ ਪਰਉਪਕਾਰੀ ਨੇ ਫਰਵਰੀ ਵਿੱਚ NBC ਦੇ ਦ ਟੂਨਾਈਟ ਸ਼ੋਅ ਦੇ ਇੱਕ ਇੰਟਰਵਿਊ ਦੌਰਾਨ ਕਮੇਡੀਅਨ ਜਿਮੀ ਫੈਲਨ ਨੂੰ ਕਹੀ ਸੀ, ਇਸ ਸਮੇਂ ਮੁਹਾਰਤ ਸਲਾਹ ਦੁਰਲਭ ਭਾਵ ਮਹਿੰਗੀ ਮਿਲਦੀ ਹੈ। ਗੇਟਸ ਨੇ ਮਨੁੱਖੀ ਮਾਹਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਜਿਨ੍ਹਾਂ ਤੇ ਅਸੀਂ ਅਜੇ ਵੀ ਬਹੁਤ ਸਾਰੇ ਖੇਤਰਾਂ ਵਿੱਚ ਨਿਰਭਰ ਕਰਦੇ ਹਾਂ, ਜਿਸ ਵਿੱਚ ਇੱਕ ਮਹਾਨ ਡਾਕਟਰ ਜਾਂ ਇੱਕ ਮਹਾਨ ਅਧਿਆਪਕ ਸ਼ਾਮਲ ਹੈ। ਗੇਟਸ ਨੇ ਕਿਹਾ ਕਿ AI ਦੇ ਨਾਲ ਅਗਲੇ ਦਹਾਕੇ ਤੱਕ ਇਹ ਸੇਵਾ ਮੁਫਤ ਅਤੇ ਆਮ ਹੋ ਜਾਵੇਗੀ, ਭਾਵ ਵਧੀਆ ਡਾਕਟਰੀ ਸਲਾਹ, ਵਧੀਆ ਟਿਊਸ਼ਨ ਮੁਫਤ ਮਿਲਣ ਲੱਗ ਜਾਵੇਗੀ। ਦੂਜੇ ਸ਼ਬਦਾਂ ਵਿੱਚ ਦੁਨੀਆ ਇੱਕ ਨਵੇਂ ਯੁੱਗ ਵਿੱਚ ਸ਼ਾਮਲ ਹੋ ਰਹੀ ਹੈ, ਜਿਸ ਨੂੰ ਗੇਟਸ ਨੇ ਪਿਛਲੇ ਮਹੀਨੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਖੁਸ਼ੀ ਮਾਹਰ ਅਰਥਚਾਰੇ ਬਰੁਕਸ ਨਾਲ ਇੱਕ ਇੰਟਰਵਿਊ ਵਿੱਚ ਮੁਫਤ ਬੁੱਧੀ ਕਿਹਾ ਸੀ। ਨਤੀਜਾ AI ਸੰਚਾਲਿਤ ਟੈਕਨੋਲੋਜੀਆਂ ਵਿੱਚ ਤੇਜ਼ੀ ਨਾਲ ਤਰੱਕੀ ਹੋਵੇਗੀ, ਜੋ ਕਿ ਆਮ ਆਦਮੀ ਲਈ ਪਹੁੰਚਯੋਗ ਹੋਵੇਗੀ ਅਤੇ ਸਾਡੀ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਨੂੰ ਛੂ ਸਕੇਗੀ। ਗੇਟਸ ਨੇ ਕਿਹਾ ਸੀ ਕਿ ਦਵਾਈਆਂ ਤੇ ਨਿਦਾਨਾਂ ਤੋਂ ਲੈ ਕੇ ਵਿਆਪਕ ਤੌਰ ਤੇ ਉਪਲਬਧ AI ਟਿਊਟਰਸ ਅਤੇ ਵਰਚੁਅਲ ਸਹਾਇਕਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ। ਗੇਟਸ ਨੇ ਬਰੁਕਸ ਨੂੰ ਦੱਸਿਆ ਕਿ ਇਹ ਬਹੁਤ ਡੂੰਘਾ ਹੈ ਅਤੇ ਥੋੜਾ ਜਿਹਾ ਡਰਾਉਣਾ ਵੀ ਹੈ, ਕਿਉਂਕਿ ਇਹ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਇਸ ਦੀ ਕੋਈ ਉੱਪਰਲੀ ਸੀਮਾ ਨਹੀਂ ਹੈ। ਇਸ AI ਸੰਚਾਲਿਤ ਭਵਿੱਖ ਵਿੱਚ ਜ਼ਿਆਦਾਤਰ ਮਨੁੱਖ ਕਿਵੇਂ ਫਿੱਟ ਹੋਣਗੇ, ਇਸ ਬਾਰੇ ਬਹਿਸ ਜਾਰੀ ਹੈ। ਕੁਝ ਮਾਹਰ ਕਹਿੰਦੇ ਹਨ ਕਿ AI ਮਨੁੱਖਾਂ ਨੂੰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਵਿੱਚ ਮਦਦ ਕਰੇਗਾ, ਉਹਨਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਬਜਾਏ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ। ਪਰ ਦੂਸਰੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਕਿ ਅਗਰ AI ਆ ਜਾਂਦਾ ਹੈ ਤੇ ਉੱਥੇ ਹੀ ਲੋਕਾਂ ਦੀ ਨੌਕਰੀਆਂ ਜੋ ਨੇ ਉਹ ਗਾਇਬ ਹੋਣੀਆਂ ਸ਼ੁਰੂ ਹੋ ਜਾਣਗੀਆਂ। यानी कि अगर 10 इंप्लॉयज़ एक कंपनी ਵਿੱਚ ਲੱਗੇ ਨੇ, ਉਸ ਵਿੱਚ ਸਿਰਫ 1-2 ਇੰਪਲੋਈਜ਼ ਉੱਥੇ ਰਹਿਣਗੇ, ਬਾਕੀਆਂ ਦੀ ਛੁੱਟੀ ਹੋ ਜਾਏਗੀ। ਇਸ ਤੋਂ ਤਾਂ ਸਾਫ਼ ਹੈ ਨਾ ਕਿ ਜੋ ਆਉਣ ਵਾਲੇ ਸਮੇਂ ਵਿੱਚ ਮਨੁੱਖਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ, ਕਿਉਂਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਨੀ ਜ਼ਿਆਦਾ ਤੇਜ਼ ਹੋ ਰਹੀ ਹੈ, ਕਿਉਂਕਿ ਹਰ ਜਗ੍ਹਾ ਮਨੁੱਖਾਂ ਦੀ ਥਾਂ ਲਏਗੀ। ਜਿਵੇਂ ਤੇ ਕਿਹਾ ਹੀ ਜਾ ਰਿਹਾ ਹੈ ਕਿ ਟੀਚਰਸ ਔਰ ਡਾਕਟਰ ਵਰਗੇ ਮਹਾਨ ਜੋ ਮੁੱਖ ਅਦਾਰੇ ਨੇ, ਜਾਂ ਫਿਰ ਮੈਂ ਕਹਾਂ ਇੱਕ ਐਸੀ ਜਗ੍ਹਾ ਜਿਸ ਨੂੰ ਕੋਈ ਨਹੀਂ ਲੈ ਸਕਦਾ, ਉਹ ਵੀ ਇਹ ਰੋਬੋਟਸ ਜਾਂ ਫਿਰ AI ਲੈ ਸਕਦੇ ਹੈ। AI ਦੁਆਰਾ ਤੁਹਾਨੂੰ ਟਿਊਸ਼ਨਸ ਪੜ੍ਹਾਈਆਂ ਜਾ ਸਕਦੀਆਂ, ਉਹ ਵੀ ਮੁਫਤ। ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜੋ AI ਕਰੇਗਾ। AI ਦੇ ਬਹੁਤ ਸਾਰੇ ਫਾਇਦੇ ਨੇ, ਇਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸੁੱਖ ਤਾਂ ਪਹੁੰਚਾਏਗੀ, ਪਰ ਕਿਤੇ ਨਾ ਕਿਤੇ ਬੇਰੁਜ਼ਗਾਰੀ ਨੂੰ ਹੋਰ ਜ਼ਿਆਦਾ ਵਧਾ ਦੇਗੀ। ਔਰ ਜੇ ਮੈਂ ਭਾਰਤ ਦੀ ਗੱਲ ਕਰਾਂ ਤੇ ਭਾਰਤ ਵਿੱਚ ਬੇਰੁਜ਼ਗਾਰੀ ਦਰ ਵੈਸੇ ਬਹੁਤ ਜ਼ਿਆਦਾ ਹੈ। ਅੱਜ ਵੀ ਲੋਕ ਜਾਂ ਵਿਦਿਆਰਥੀ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਬੇਰੁਜ਼ਗਾਰ ਘੁੰਮ ਰਹੇ ਨੇ, ਉਹਨਾਂ ਕੋਲ ਨੌਕਰੀਆਂ ਤੱਕ ਨਹੀਂ ਹੈ। ਪਰ ਐਸੀਆਂ ਟੈਕਨੋਲੋਜੀਆਂ ਆਉਣ ਦੇ ਨਾਲ ਇਹ ਨੌਕਰੀਆਂ ਉਹਨਾਂ ਦੇ ਹੱਥੋਂ ਜਾ ਸਕਦੀਆਂ ਨੇ ਅਤੇ ਫਿਰ ਬਾਅਦ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ। ਸੋ ਹੁਣ ਗੱਲ ਕਰਦੇ ਹਾਂ ਜੀ ਰੰਗ ਤੇ। ਰੰਗ ਦਾ ਤੁਸੀਂ ਕਹਿਣਾ ਕਿ ਬਹੁਤ ਸਾਰੇ ਨੇ ਤੇ ਇਹਨਾਂ ਰੰਗਾਂ ਬਾਰੇ ਤੁਹਾਨੂੰ ਪਤਾ ਵੀ ਹੋਏਗਾ। ਜੀ ਹਾਂ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤੁਹਾਨੂੰ ਰੰਗਾਂ ਬਾਰੇ ਕੁਝ ਨਹੀਂ ਪਤਾ। ਇਸ ਦੁਨੀਆ ਵਿੱਚ ਬਹੁਤ ਸਾਰੇ ਰੰਗ ਨੇ ਅਤੇ ਇਹਨਾਂ ਸਾਰੇ ਰੰਗਾਂ ਦਾ ਨਾਮ ਵੀ ਹੈ। ਜੇ ਮੈਂ ਇਕੱਲੇ ਗੁਲਾਬੀ ਰੰਗ ਦੀ ਗੱਲ ਕਰਾਂ ਤੇ ਗੁਲਾਬੀ ਰੰਗ ਵਿੱਚ ਹੀ ਬਹੁਤ ਸਾਰੇ ਰੰਗ ਨੇ, ਜਿਨ੍ਹਾਂ ਦੇ ਅੱਧੇ ਨਾਮ ਤਾਂ ਸਾਨੂੰ ਪਤਾ ਵੀ ਨਹੀਂ ਹੁੰਦੇ। ਹਰ ਇੱਕ ਰੰਗ ਦੇ ਬਹੁਤ ਸਾਰੇ ਰੰਗ ਹੁੰਦੇ ਨੇ, ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇੱਕ ਹੋਰ ਨਵਾਂ ਰੰਗ ਜਿਹੜਾ ਹੈ ਉਹ ਸਾਹਮਣੇ ਆਇਆ ਹੈ, ਜਿਹਨੂੰ ਸਿਰਫ ਹਾਲੇ ਤੱਕ 5 ਲੋਕਾਂ ਨੇ ਦੇਖਿਆ। ਹੈਰਾਨੀ ਵਾਲੀ ਗੱਲ ਹੈ ਨਾ। ਸਾਇੰਟਿਸਟ ਜੋ ਆਪਣੀ ਹਰ ਜਗ੍ਹਾ ਮਹਾਰਤ ਹਾਸਲ ਕਰਦੇ ਨੇ, ਆਪਣੇ ਕ੍ਰਿਸ਼ਮਿਆਂ ਦੇ ਨਾਲ ਲੋਕਾਂ ਨੂੰ ਹੈਰਾਨ ਕਰਦੇ ਰਹਿੰਦੇ ਨੇ। ਇੱਕ ਵਾਰ ਫਿਰ ਸਾਇੰਟਿਸਟ ਨੇ ਯਾਨੀ ਵਿਗਿਆਨੀਆਂ ਨੇ ਐਸਾ ਦੁਰਲਭ ਕ੍ਰਿਸ਼ਮਾ ਕੀਤਾ ਹੈ ਜੋ ਕਿ ਬਹੁਤ ਹੈਰਾਨ ਕਰਨ ਵਾਲਾ ਹੈ। ਇੱਕ ਐਸੇ ਰੰਗ ਦੀ ਖੋਜ ਕਰ ਦਿੱਤੀ ਹੈ ਜਿਸ ਨੂੰ ਤੁਸੀਂ ਕਦੇ ਨਹੀਂ ਦੇਖਿਆ, ਨਾ ਤੁਹਾਨੂੰ ਉਸਦਾ ਨਾਮ ਹੀ ਪਤਾ ਹੈ। ਵਿਗਿਆਨੀਆਂ ਵੱਲੋਂ ਲਗਾਤਾਰ ਐਸੇ ਕ੍ਰਿਸ਼ਮੇ ਕੀਤੇ ਜਾਂਦੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ ਪਾਣੀ ਦੀ ਵੀ ਇੱਕ ਫੋਰਮ ਕੱਢੀ ਸੀ। ਫਿਲਹਾਲ ਤਾਂ ਪਾਣੀ ਦੀਆਂ 3 ਫੋਰਮਸ ਹੁੰਦੀਆਂ ਨੇ, ਸੋਲਿਡ, ਲਿਕੁਇਡ ਐਂਡ ਗੈਸ। ਇਸ ਤੋਂ ਇਲਾਵਾ ਇੱਕ ਹੋਰ ਫੋਰਮ ਜਿਹੜੀ ਪਾਣੀ ਦੀ ਕਰ ਦਿੱਤੀ ਗਈ ਹੈ। ਸਾਡੀ ਕਿਤਾਬਾਂ ਦੇ ਵਿੱਚ ਵੀ ਅੱਜ ਤੱਕ ਅਸੀਂ ਸਿਰਫ 3 ਫੋਰਮਸ ਹੀ ਪੜ੍ਹੀਆਂ ਨੇ। ਸਾਡੀ ਕਿਤਾਬਾਂ ਦੇ ਵਿੱਚ ਵੀ ਅਸੀਂ ਰੰਗਾਂ ਬਾਰੇ ਬਹੁਤ ਕੁਝ ਪੜ੍ਹਿਆ, ਪਰ ਜਿਹੜੇ ਰੰਗ ਦੀ ਮੈਂ ਗੱਲ ਕਰ ਰਹੀ ਹਾਂ ਉਹ ਹਲੇ ਕਿਤਾਬਾਂ ਤੱਕ ਸੀਮਿਤ ਹੀ ਨਹੀਂ ਹੈ। ਉਸਦਾ ਆਗਾਜ਼ ਹੀ ਹਲੇ ਹੋਇਆ ਔਰ ਉਸ ਨੂੰ ਦੇਖਣ ਵਾਲੇ ਸਿਰਫ 5 ਲੋਕ ਨੇ, ਯਾਨੀ ਕਿ ਤੁਸੀਂ, ਮੈਂ ਜਾਂ ਬਹੁਤ ਸਾਰੇ ਲੋਕਾਂ ਨੇ ਹਲੇ ਤੱਕ ਉਸ ਰੰਗ ਨੂੰ ਦੇਖਿਆ ਹੀ ਨਹੀਂ ਹੈ, ਨਾ ਉਸ ਰੰਗ ਦਾ ਨਾਮ ਹੀ ਪਤਾ ਹੈ। ਸੋ ਵਿਗਿਆਨੀਆਂ ਦੀ ਖੋਜ ਵਿੱਚ ਆਖਿਰ ਕੀ ਸ਼ਾਮਲ ਹੈ, ਮੈਂ ਦੱਸਦੀ ਹਾਂ ਕਿ ਉਹ ਕਿਹੜਾ ਰੰਗ ਹੈ ਤੇ ਕੀ ਉਸਦਾ ਨਾਮ ਹੈ। ਅਮਰੀਕੀ ਵਿਗਿਆਨੀਆਂ ਨੇ ਇੱਕ ਹੋਰ ਕਾਰਨਾਮਾ ਕਰਦੇ ਹੋਏ ਇੱਕ ਅਜਿਹੇ ਰੰਗ ਦੀ ਖੋਜ ਕੀਤੀ ਹੈ, ਸੋ ਜਿਸ ਨੂੰ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖਿਆ।
ਵਿਗਿਆਨੀਆਂ ਨੇ ਇਸ ਰੰਗ ਨੂੰ ਅਲੋ ਨਾ ਦਿੱਤਾ ਹੈ, ਜਿਸ ਨੂੰ ਸਿਰਫ ਬਹੁਤ ਜ਼ਿਆਦਾ ਕੰਟਰੋਲਡ ਲੈਬ ਸਥਿਤੀ 'ਚ ਹੀ ਦੇਖਿਆ ਜਾ ਸਕਦਾ ਹੈ, ਯਾਨੀ ਕਿ ਇਸ ਨੂੰ ਆਮ ਨਹੀਂ ਦੇਖਿਆ ਜਾ ਸਕਦਾ ਹਲੇ। ਸੋ ਮੋਰਪੰਖੀ ਨੀਲੇ ਜਾਂ ਟੀਲ ਵਰਗਾ ਦੱਸਿਆ ਜਾ ਰਿਹਾ ਹੈ ਰੰਗ। ਇਹ ਰੰਗ ਮਨੁੱਖੀ ਅੱਖ ਸਿਰਫ ਲੇਜ਼ਰ ਮੈਨੀਪੂਲੇਸ਼ਨ ਨਾਲ ਹੀ ਦੇਖ ਸਕਦੀ ਹੈ। ਹੁਣ ਤੱਕ ਦੁਨੀਆ ਦੇ ਸਿਰਫ 5 ਲੋਕਾਂ ਨੇ ਹੀ ਇਸ ਨੂੰ ਦੇਖਿਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਅੱਖ ਦੇ ਰੈਟੀਨਾ ਤੇ ਲੇਜ਼ਰ ਮਾਰ ਕੇ ਅੱਖ ਦੀ ਸੀਮਾ ਨੂੰ ਵਧਾਇਆ ਜਾਂਦਾ ਹੈ, ਜਿਸ ਤੋਂ ਬਾਅਦ ਇਸ ਰੰਗ ਨੂੰ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਇਸ ਰੰਗ ਦਾ ਅੰਦਾਜ਼ਾ ਲਗਾਉਣ ਲਈ ਇੱਕ ਫਿਰੋਜ਼ੀ ਰੰਗ ਦੀ ਤਸਵੀਰ ਜਾਰੀ ਕੀਤੀ ਹੈ, ਪਰ ਉਹਨਾਂ ਅਨੁਸਾਰ ਇਹ ਵੀ ਅਸਲੀ ਅਲੋ ਰੰਗ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕਰਦਾ। ਵਿਗਿਆਨੀਆਂ ਨੇ ਅੱਗੇ ਕਿਹਾ ਹੈ ਕਿ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਇਸ ਰੰਗ ਨੂੰ ਕਾਗਜ਼ ਜਾਂ ਸਕਰੀਨ ਤੇ ਦਿਖਾ ਸਕੀਏ। ਉਹਨਾਂ ਨੇ ਕਿਹਾ ਕਿ ਰੰਗ ਹਾਲੇ ਫੋਨ ਜਾਂ ਟੀਵੀ ਸਕਰੀਨ ਤੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਇਹ ਵੀਆਰ ਟੈਕਨੋਲੋਜੀ ਤੋਂ ਵੀ ਬਹੁਤ ਦੂਰ ਦੀ ਗੱਲ ਹੈ। ਯਾਨੀ ਕਿ ਹਾਲੇ ਤੱਕ ਇਸ ਰੰਗ ਨੂੰ ਇਸ ਸਥਿਤੀ ਤੱਕ ਨਹੀਂ ਲਿਆਂਦਾ ਗਿਆ ਕਿ ਤੁਸੀਂ ਤੇ ਮੈਂ ਆਮ ਇਸ ਨੂੰ ਦੇਖ ਸਕੀਏ ਟੀਵੀ ਸਕਰੀਨ ਤੇ ਜਾਂ ਫੋਨ ਤੇ ਜਾਂ ਕਿਸੇ ਕਾਗਜ਼ ਤੇ। ਇਹ ਇਸ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾ। ਸੋ ਇਸ ਲਈ ਇਹ ਰੰਗ ਦੇਖਣ ਲਈ ਸਾਨੂੰ ਕੁਝ ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇੱਕ ਆਮ ਆਦਮੀ ਲਈ ਇਸ ਰੰਗ ਨੂੰ ਦੇਖਣਾ ਸੰਭਵ ਨਹੀਂ ਹੈ। ਸੋ ਵਿਗਿਆਨੀਆਂ ਨੇ ਇਸ ਰੰਗ ਨੂੰ ਦੇਖਣ ਲਈ ਵਿਸ਼ੇਸ਼ ਤਕਨੀਕ ਦੀ ਵੀ ਵਰਤੋਂ ਕੀਤੀ ਹੈ। ਇਸ ਲਈ ਅੱਖਾਂ ਦੇ ਰੈਟੀਨੇ ਤੇ ਇੱਕ ਲੇਜ਼ਰ ਬੀਮ ਚਲਾਈ ਗਈ ਅਤੇ ਫਿਰ ਇਹ ਰੰਗ ਦੇਖਿਆ ਗਿਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 5 ਲੋਕਾਂ ਨੇ ਅਜਿਹਾ ਰੰਗ ਦੇਖਿਆ ਜੋ ਪਹਿਲਾਂ ਕਦੇ ਵੀ ਨੰਗੀ ਮਨੁੱਖੀ ਅੱਖ ਨੂੰ ਦਿਖਾਈ ਨਹੀਂ ਦਿੰਦਾ ਸੀ। ਇਹ ਓਜ਼ ਨਾਮਕ ਇੱਕ ਨਵੀਂ ਰੈਟੀਨਲ ਉਤੇਜਨਾ ਤਕਨੀਕ ਦੀ ਬਦੌਲਤ ਹੈ। ਹੁਣ ਤੱਕ ਖੋਜ ਕਰ ਰਹੇ ਸਿਰਫ 5 ਲੋਕਾਂ ਨੇ ਹੀ ਇਸ ਰੰਗ ਨੂੰ ਦੇਖਿਆ। ਜ਼ਰਾ ਸੋਚੋ ਕਿ ਪੂਰੀ ਦੁਨੀਆ ਵਿੱਚ ਸਿਰਫ 5 ਲੋਕਾਂ ਨੇ ਹੀ ਇਹ ਰੰਗ ਦੇਖਿਆ। ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਮਨੁੱਖ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਰੰਗ ਨੂੰ ਕਦੇ ਵੀ ਨਹੀਂ ਦੇਖ ਸਕਣਗੇ। ਸੋ ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਇਸ ਲੇਜ਼ਰ ਫਲੈਸ਼ ਨਾਲ ਦਿਮਾਗ ਕਿਵੇਂ ਕੰਮ ਕਰੇਗਾ। ਉਹਨਾਂ ਨੇ ਕਿਹਾ ਕਿ ਇਹ ਰੰਗ ਕਦੇ ਵੀ ਸਮਾਰਟਫੋਨ, ਲੈਪਟਾਪ ਜਾਂ ਟੀਵੀ ਤੇ ਨਹੀਂ ਦੇਖਿਆ ਜਾਵੇਗਾ ਅਤੇ ਇਹ ਵੀਆਰ ਹੈਡਸੈਟਾਂ ਦੀ ਦੁਨੀਆ ਤੋਂ ਵੀ ਬਹੁਤ ਦੂਰ ਹੈ। ਇਸ ਰੰਗ ਦਾ ਪ੍ਰਭਾਵ ਦੇਣ ਵਾਲੀ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ, ਪਰ ਵਿਗਿਆਨੀਆਂ ਦਾ ਕਹਿਣਾ ਇਹ ਹੋ ਸਕਦਾ ਹੈ ਕਿ ਇਹ ਹੇਲ ਦੀ ਅਸਲ ਤਸਵੀਰ ਨਾ ਹੋਵੇ। ਉਹਨਾਂ ਨੇ ਕਿਹਾ ਕਿ ਕਿਸੇ ਲੇਖ ਜਾਂ ਮੋਨੀਟਰ ਤੇ ਉਸ ਰੰਗ ਨੂੰ ਵਿਅਕਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਜਦੋਂ ਇਹ ਤਰੀਕਾ ਮਿਲੇਗਾ ਤਾਂ ਲੋਕਾਂ ਨੂੰ ਆਸਾਨੀ ਦੇ ਨਾਲ ਇਹ ਰੰਗ ਦਿਖ ਜਾਏਗਾ, ਪਰ ਇਸ ਲਈ ਲੋਕਾਂ ਨੂੰ ਇੱਕ ਲੰਬਾ ਇੰਤਜ਼ਾਰ ਕਰਨਾ ਪਏਗਾ ਤੇ ਇਹ ਇੰਤਜ਼ਾਰ 5-6 ਸਾਲਾਂ ਤੱਕ ਦਾ ਵੀ ਹੋ ਸਕਦਾ ਹੈ। ਫਿਲਹਾਲ ਇਸ ਨਵੇਂ ਰੰਗ ਦੀ ਖੋਜ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦਾ ਨਾਮ ਅਲੋ ਰੱਖਿਆ ਗਿਆ। ਕਿਹਾ ਜਾ ਰਿਹਾ ਕੁਝ ਨੀਲਾ ਕਾਲਾ ਮਤਲਬ ਮੋਰਪੰਖੀਆ ਰੰਗ ਦੇ ਮੇਲ-ਜੋਲ ਵਰਗਾ ਇਹ ਰੰਗ ਹੈ ਅਤੇ ਇਸ ਨੂੰ ਸਿਰਫ ਹਾਲੇ ਤੱਕ ਕੁਝ ਹੀ ਲੋਕਾਂ ਨੇ ਦੇਖਿਆ ਹੈ। ਸਾਨੂੰ ਇਹ ਰੰਗ ਕਦੋਂ ਦੇਖਣ ਨੂੰ ਮਿਲੇਗਾ 5 ਸਾਲ ਬਾਅਦ, ਇਹ ਵੀ ਉਡੀਕ ਕਰਨੀ ਪਏਗੀ। ਸੋ ਰੰਗਾਂ ਦੇ ਵਿੱਚ ਇੱਕ ਹੋਰ ਰੰਗ ਸ਼ਾਮਲ ਹੋ ਚੁੱਕਿਆ ਹੋਇਆ। ਇਸ ਰੰਗ ਬਾਰੇ ਹਾਲੇ ਤੱਕ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਹੈ। ਹੋਰ ਜਾਣਕਾਰੀ ਸਾਹਮਣੇ ਆਏਗੀ ਤਾਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਦੇ ਲਈ ਅੱਜ ਦੇ ਪ੍ਰੋਗਰਾਮ ਖਬਰਨਾਮਾ ਦੇ ਵਿੱਚ ਇੰਨਾ ਹੀ। ਮੈਨੂੰ ਯਾਨੀ ਸੁਰਭੀ ਸ਼ਰਮਾ ਤੋਂ ਇਜਾਜ਼ਤ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੀ ਨਵੀਂ ਅਪਡੇਟਸ ਦੇ ਨਾਲ। ਤੁਸੀਂ ਬਣੇ ਰਹਿਣਾ ਸਾਡੇ ਚੈਨਲ ਪੰਜਾਬ ਮਿਲ ਯੂਐਸ ਟੀਵੀ ਦੇ ਨਾਲ। ਇਸ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।